नमस्कार जी, स्वागत है ਤੁਹਾਡੇ ਆਪਣੇ YouTube ਚੈਨਲ ਸਟੱਡੀ ਵਿਦ ਮਨੀ ਸ਼ਰਮਾ 'ਚ। ਤੇ ਮੈਂ ਮਨੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਔਰ ਘਰ ਦੇ ਵੱਡੇ ਬਜ਼ੁਰਗਾਂ ਨੂੰ ਨਮਸਕਾਰ। ਆਪਣਾ ਖਿਆਲ ਰੱਖੋ, ਪੜ੍ਹਦੇ ਰਹੋ। ਤੇ ਅੱਜ ਜੋ ਗੁਰੂ ਸਾਹਿਬਾਨ ਦੇ ਉੱਪਰ ਗੱਲ ਕਰਨੀ ਹੈ ਜੀ, ਉਹ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਹੈ ਉਹ ਸਿੱਖ ਫਿਲਾਸਫੀ ਵਿੱਚ 10ਵੇਂ ਗੁਰੂ ਸਾਹਿਬਾਨ ਦੇ ਰੂਪ ਵਿੱਚ ਸਾਡੇ ਕੋਲ ਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿਤਾ ਜੀ ਆਪਾਂ ਗੁਰੂ ਤੇਗ ਬਹਾਦਰ ਜੀ ਕੱਲ੍ਹ ਕਰ ਚੁੱਕੇ ਹਾਂ। ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜੋ ਹੈ ਉਹ ਦਿੱਲੀਆਂ ਦੇ ਵਿੱਚ ਹੋਈ ਹੈ ਜੀ, ਠੀਕ ਹੈ, 11 ਨਵੰਬਰ। ਔਰ ਉਹਦੇ ਵਾਸਤੇ ਰਿਸਪੋਂਸੀਬਲ ਜੋ ਮੁਗਲ ਰੂਲਰ ਹੈ ਉਹ ਹੈ ਜੀ ਔਰੰਗਜ਼ੇਬ। ਤੇ ਔਰੰਗਜ਼ੇਬ ਜੋ ਹੈ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਕੰਟੈਂਪਰੇਰੀ ਰਹੇਗਾ, ਸਮਕਾਲੀ ਰਹੇਗਾ, ਬਿਲਕੁਲ ਰਹੇਗਾ। ਤੇ ਦੇਖੋ, ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੈ। ਤੇ ਫਿਰ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਜੋ ਹੈ ਉਹ ਸਿੱਖ ਫਿਲਾਸਫੀ ਨੂੰ ਲੀਡ ਕਰਨਗੇ। ਬਿਲਕੁਲ, ਗੁਰੂ ਗੱਦੀ ਉਹਨਾਂ ਨੂੰ ਉਦੋਂ ਹੀ ਮਿਲਣੀ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਜੋ ਹੈ ਉਹ ਜੋਤੀ ਜੋਤ ਸਮਾ ਜਾਣਗੇ। ਤੇ 1675 ਤੋਂ ਲੈ ਕੇ 1708 ਤੱਕ ਜੋਤੀ ਜੋਤ ਸਮਾਉਣ ਤੱਕ ਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਦਾ ਐਜ਼ ਏ ਗੁਰੂ। ਪਹਿਲਾ ਕੁਐਸਚਨ। ਦੂਸਰਾ ਕੁਐਸਚਨ, ਜਨਮ ਹੋਇਆ ਹੈ ਜੀ 22 ਦਸੰਬਰ ਸਨ 1666 ਦੇ ਵਿੱਚ। ਤੇ ਪਟਨਾ ਜੋ ਹੈ ਉਹ ਬਿਹਾਰ ਦੇ ਵਿੱਚ ਹੈ ਔਰ ਕੈਪੀਟਲ ਹੈ ਜੀ, ਹੈ ਨਾ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਜੋ ਹੈ ਉਹ 22 ਦਸੰਬਰ ਸਨ 1666 ਨੂੰ ਹੋਇਆ ਹੈ। ਬਿਲਕੁਲ ਹੋਇਆ ਆ, ਠੀਕ ਹੈ ਨਾ, ਠੀਕ ਦਿਖ ਰਿਹਾ ਤੁਹਾਨੂੰ। 22 ਦਸੰਬਰ ਸਨ 1666 ਈਸਵੀ ਪਟਨਾ ਦੇ ਵਿੱਚ ਗੁਰੂ ਜੀ ਦਾ ਬਰਥ ਹੋਇਆ। ਤੇ ਮਾਤਾ ਪਿਤਾ ਦਾ ਨਾਮ ਸਭ ਨੂੰ ਪਤਾ ਹੈ। ਮਾਤਾ ਦਾ ਨਾਮ ਹੈ ਜੀ ਮਾਤਾ ਗੁਜਰੀ ਤੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ। ਤੇ ਉਹਨਾਂ ਤੋਂ ਇੱਕੋ ਹੀ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ, ਬਚਪਨ ਦਾ ਨਾਮ ਗੋਬਿੰਦ ਰਾਏ, ਠੀਕ ਹੈ। ਤੇ ਆਓ ਅੱਗੇ ਚੱਲੀਏ ਕਿ 1671 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ ਹੋਈ ਹੈ, ਜਿਹਨੂੰ ਤੁਸੀਂ ਦਸਤਾਰ ਸੈਰੇਮਨੀ ਕਹਿੰਦੇ ਆ, ਠੀਕ ਹੈ ਨਾ। ਲਖਨੌਰ, ਰਾਈਟ, ਮੈਂ ਇੰਗਲਿਸ਼ ਪੰਜਾਬੀ ਦੋਹਾਂ ਦੇ ਵਿੱਚ ਲਿਖਿਆ, ਲਖਨੌਰ 'ਚ ਹੋਈ ਹੈ ਜੀ ਇਹ। ਤਾਂ ਕੁਐਸਚਨ ਅੱਗੇ ਇਹ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਹੈ ਉਹ ਬੜੇ ਅੱਛੇ ਵਿਦਵਾਨ ਰਹੇ। ਤੇ ਵਿਦਵਾਨ ਰਹੇ ਹੈ ਤੇ ਗੁਰੂ ਤੇਗ ਬਹਾਦਰ ਜੀ ਜੋ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਰਹੇ, ਹੈ ਨਾ। ਗੁਰੂ ਤੇਗ ਬਹਾਦਰ ਜੀ ਨੇ ਹੀ ਚੱਕ ਨਾਨਕੀ, ਅਨੰਦਪੁਰ ਸਾਹਿਬ, ਮੱਖੋਵਾਲ ਜੋ ਹੈ ਉਹ ਸ਼ਹਿਰ ਤੁਹਾਡੇ ਵਾਸਤੇ ਵਸਾਇਆ ਆ। ਤੇ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਬਿਹਤਰੀਨ ਫਿਲਾਸਫਰ ਰਹੇ ਹੈ। ਤੇ ਫਿਲਾਸਫਰ ਰਹੇ ਹੈ ਤੇ ਸਾਡੇ ਕੋਲ ਸਿੰਪਲ ਹੀ ਕੁਐਸਚਨ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਸਕ੍ਰਿਤ ਦੇ ਟੀਚਰ ਕੌਣ ਹੈ। ਮੈਂ ਟੀਚਰ ਕਹਿ ਰਹੀ ਹਾਂ ਇੱਥੇ, ਰਾਈਟ, ਟੀਚਰ ਜਿਹਨਾਂ ਨੂੰ ਸੰਸਕ੍ਰਿਤ ਪੜ੍ਹਾਉਣ ਆਉਂਦੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਭਾਸ਼ਾਵਾਂ ਦਾ ਗਿਆਨ ਰਿਹਾ, ਜਿਹਦੇ ਵਿੱਚ ਸੰਸਕ੍ਰਿਤ ਇੱਕ ਹੈ। ਤੇ ਸੰਸਕ੍ਰਿਤ ਪੜ੍ਹਾਉਣ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਸੰਸਕ੍ਰਿਤ ਦੇ ਟੀਚਰ ਹੈ ਉਹ ਹੈ ਪੰਡਿਤ ਹਰਜਸ। ਲਿਖ ਲਓ ਇਹਨਾਂ ਚੀਜ਼ਾਂ ਨੂੰ ਨਾਲ ਦੀ ਨਾਲ, ਮੈਂ ਬੋਰਡ 'ਤੇ ਤਾਂ ਲਿਖੀ ਦੇਣਾ ਹੈ। ਤੇ ਪੰਡਿਤ ਹਰਜਸ। ਔਰ ਗੁਰੂ ਸਾਹਿਬਾਨ ਨੂੰ ਪੰਜਾਬੀ ਜਾਂ ਗੁਰਮੁਖੀ ਭਾਸ਼ਾ ਸਿਖਾਉਣ ਵਾਸਤੇ 2 ਟੀਚਰ ਆਉਂਦੇ, ਸਤੀਦਾਸ ਤੇ ਗੁਰਬਖਸ਼। ਸੌਰੀ, ਸਤੀਦਾਸ ਤੇ ਸਾਹਿਬ। ਮੈਂ ਇੱਥੇ ਗੱਲ ਨੂੰ ਵਾਪਸ ਲੈਣੀ ਹੈ। ਗੁਰਬਖਸ਼ ਮੇਰੇ ਤੋਂ ਬੰਦਾ ਸਿੰਘ ਬਹਾਦਰ ਦਾ ਨਾਮ ਹੈ, ਗੁਰਬਖਸ਼ ਉਹ ਦਿਮਾਗ 'ਚ ਰਹਿ ਗਿਆ। ਤੇ ਸਤੀਦਾਸ ਤੇ ਸਾਹਿਬ ਸਿੰਘ ਜੀ। S for ਸਤੀ, S for ਸਾਹਿਬ। ਅਗਲਾ ਕੁਐਸਚਨ ਹੈ ਕਿ ਗੁਰੂ ਜੀ ਨੂੰ ਪਰਸ਼ੀਅਨ, ਫਾਰਸੀ ਭਾਸ਼ਾ ਦਾ ਗਿਆਨ ਦੇਣ ਵਾਲੇ ਟੀਚਰ ਦਾ ਨਾਮ ਲਿਖਣਾ ਜੀ ਤੁਸੀਂ। ਪੀਰ ਮੁਹੰਮਦ, ਪੀਰ ਮੁਹੰਮਦ। ਇੱਥੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਗੁਰੂ ਸਾਹਿਬਾਨ ਸੰਸਕ੍ਰਿਤ ਜਾਂ ਬ੍ਰਿਜ ਭਾਸ਼ਾ 'ਚ ਵੀ ਰਚਨਾ ਰਚਣਗੇ, ਬਿਲਕੁਲ ਰਚਣਗੇ। ਗੁਰੂ ਗੋਬਿੰਦ ਸਿੰਘ ਜੀ ਜੋ ਹੈ ਪੰਜਾਬੀ 'ਚ ਵੀ ਰਚਨਾ ਰਚਣਗੇ ਤੇ ਪਰਸ਼ੀਅਨ ਵਿੱਚ ਵੀ ਰਚਨਾ ਰਚਣਗੇ, ਠੀਕ ਹੈ। ਮੈਂ ਨਾਲ ਹੀ ਕੋਰਿਲੇਟ ਕਰਦੇ ਹੋਏ ਪੜ੍ਹਾ ਰਹੀ ਹਾਂ ਤੁਹਾਨੂੰ ਕਿ ਗੁਰੂ ਸਾਹਿਬਾਨ ਦੀ ਫਾਰਸੀ ਭਾਸ਼ਾ ਦੇ ਵਿੱਚ ਜੋ ਸਾਨੂੰ ਰਚਨਾ ਮਿਲਦੀ ਹੈ, ਦੈਟਸ ਕਾਲਡ ਜ਼ਫਰਨਾਮਾ। ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਦੇ ਵਿੱਚ ਬੈਠ ਕੇ ਲਿਖਿਆ। ਤੇ ਇਹ ਕਿਹਦੇ ਵਾਸਤੇ ਲਿਖਿਆ ਸੀਗਾ ਪੱਤਰ? ਔਰੰਗਜ਼ੇਬ ਵਾਸਤੇ। ਤਾਂ ਕੁਐਸਚਨ ਤੁਹਾਨੂੰ ਆਉਂਦਾ ਹੈ ਕਿ ਜੋ ਜ਼ਫਰਨਾਮਾ ਪੱਤਰ ਹੈ ਇਹ 2 ਸ਼ਬਦਾਂ ਦੇ ਮੇਲ ਤੋਂ ਸ਼ਬਦ ਬਣਿਆ ਹੈ, ਜ਼ਫਰ ਪਲੱਸ ਨਾਮਾ। ਤਾਂ ਕੁਐਸਚਨ ਆਉਂਦਾ, ਵਾਟ ਇਜ਼ ਦ ਮੀਨਿੰਗ ਆਫ ਨਾਮਾ? ਨਾਮੇ ਦਾ ਮੀਨਿੰਗ ਹੁੰਦਾ ਲੈਟਰ, ਪੱਤਰ, ਚਿੱਠੀ।
और जफर का मीनिंग होता है जीत, विक्ट्री। तो ਇਹ ਕਾਦੀ चिट्ठी ਸੀਗੀ, ਇਹ ਜਿੱਤ ਦੀ चिट्ठी ਸੀਗੀ, ਇਹ ਜਿੱਤ ਦਾ ਪੱਤਰ ਸੀਗਾ। कॉमन सेंस की गल है ना कि जित का पत्थर है। तो अगर तुसी इहनूं सुनना चाहते तो सतिंदर सरताज ने जफरनामा जो है वो गा के भी सानू दिता होया, इहनूं सुन सकते हो तुसी, पर्शियन भाषा च। अगला कॉन्सैप्ट आ कि संस्कृत भाषा दे विच गुरु साहिबान की रचना चंडी चरित्र, बहुत इंपॉर्टेंट रचना है चंडी चरित्र, क्योंकि गुरु गोबिंद सिंह जी ने मारकंडा पुराण एक मिथिहासक पुराण है हिंदू फिलोसफी दे विच, मिथोलॉजी दे बेस्ड है उपर, और उहदे विचों एक कहानी लिती दुर्गा माता दी मारकंडे पुराण चों, तो रिटन बाय मारकंडा ऋषि। तो चंडी दी वार दी कहानी मारकंडे पुराण चों लिती गई है जो संस्कृत च लिखा गया। तो इत्थों पता चलता कि गुरु गोबिंद सिंह जी जो है संस्कृत के बड़े चंगे ज्ञाता रहे। उन्होंने पहला कहानी पढ़ी तो फिर उन्होंने अनुवाद किया अपने स्टाइल दे विच, जिन्हों तुसी चंडी दी वार दे नाम नाल पढ़ते हैं। तो गुरु गोबिंद सिंह जी की पंजाबी की रचना चंडी दी वार। और क्वेश्चन की आ सकता है कि चंडी दी वार दी जो कहानी है वो किहड़े पुरातन पुराण चों लिती गई है? तुसी नाम लिखना मारकंडा पुराण, राइट, चंडी दी वार। तो मैं इत्थे एक होर क्वेश्चन तुहानूं दसदा कि जो वार हुंदी है ना, वार ये पंजाबी का एक निरोल काव्य रूप है, और जदों भी कोई वार लिखी जाती है तो उहदी स्टार्टिंग मंगलाचरण तो होंदी है। तो तुसी कभी चंडी दी वार पढ़ो तो प्रथम भिगौती सिमरिए, तो उहदा की है मंगलाचरण। तो जदों वार खत्म होंदी है तो महात्म हुंदा है, ठीक है ना। दुर्गा पाठ पढ़ाया सभे पौड़ियाँ, फेर ना जूनी आया जिन्हें गाया, वो महात्म है जी उहदा, राइट। महात्म खत्म तो याद कर लो। चंडी दी वार दे विच सिरखंडी ते निशानी छंद प्रधान है, ठीक है, बीर रसी रचना है। पेपर च क्वेश्चन आता है कि मध्यकाल दी जो सब तो सर्वश्रेष्ठ बीर रसी रचना है, तो तुसी क्या लिखना है जी? चंडी दी वार लिख देनी है, ठीक है, हो गया क्लीयर। होर बहुत सारिया रचनावां है गुरु साहिबान दियां, नाल लगदियां लिख लो तुसी। हुण चलो चलिया होया कॉन्सैप्ट, तो अगली लिखो जी तुसी अकाल उस्तत। अकाल उस्तत बचित्तर नाटक बहुत इंपॉर्टेंट है। कहा जाता है कि बचित्तर नाटक गुरु साहिबान दी ऑटोबायोग्राफी, देखो कहा जाता कहा है मैं, राइट। तो बचित्तर नाटक मैं हूँ परम पुरख को दासा, देखन आयो जगत तमाशा, ये लाइना बचित्तर नाटक चो। तो लिखो जरा गुरु गोबिंद सिंह जी की रचनावां, जफरनामा, चंडी चरित्र, चंडी दी वार, अकाल उस्तत और जाप साहिब। जाप साहिब गुरु गोबिंद सिंह जी की रचना है। जाप साहिब, चौपाई साहब, चौपाई साहब हो गया जी, जाप साहिब हो गया है। अगला कॉन्सैप्ट तुहाडे कोल यह है कि गुरु गोबिंद सिंह जी जिथे कवि है तो उत्थे सिपाही भी हैं, बिल्कुल सिपाही हैं जी। तो आओ वेखिए ज़रा कि गुरु गोबिंद सिंह जी जो 9 साल के हैं उदों तो सिख फिलोसफी की बागडोर संभाल ली है, बिल्कुल संभाल ली है। तो गुरु गोबिंद सिंह जी शिकार खेडन जाते, हाँ जी जाते थे। तो जो शिकार खेडन जाते तो एक नगाड़ा वजाया जाता, उन्होंने रणजीत नगाड़ा कहने हैं। तो पेपर च क्वेश्चन आया कि गुरु गोबिंद सिंह जी के नाल एसोसीएटेड संबंध रखते इंस्ट्रूमेंट दसो, साज दसो। तो गुरु गोबिंद सिंह जी के नाल तुसी एक साज लिखना है दिलरुबा, ते एक लिखना है जी रणजीत नगाड़ा। नगाड़ा तुहानूं सारिਆਂ ਨੂੰ पता है, रणजीत नगाड़ा। रणजीत नगाड़ा तुसी रणजीत सिंह नाल नहीं लिख देना, गुरु गोबिंद सिंह जी नाल। ते कदों वजांदे हुंदे जदों शिकार खेडन जांदे, क्लीयर है। अगला क्वेश्चन जो सब तो इंपॉर्टेंट आया कि गुरु गोबिंद सिंह जी ने जमुना नदी के कंढे उत्ते पैर रखण दी थां ऑल्सो नोन एज पौंटा, पौंटा साहब वसाया। तो पौंटा साहब जमुना नदी के कंढे के उपर गुरु गोबिंद सिंह जी की देन है, वो एसोसीएटेड कर लेना तुसी। 52 कवि रखते होंगे गुरु गोबिंद सिंह जी अपने दरबार के विच, ये पौंटा साहब च ही है जी कंसरन साड़ा। तो भाई नंद लाल जी सुने होने तुसी, भाई मनी सिंह जी 52 कवियों चो ही हैं। बहुत बेहतरीन साहित्यकार हैं साढ़े कोल जो सानू गुरु गोबिंद सिंह जी ने दिते हैं, राइट। खुद भी बहुत बेहतरीन साहित्यकार रहे हो, राइटर बहुत उच्च कोटि के सन हो।
ਹੁਣ ਅਗਲਾ ਕਨਸੈਪਟ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਕਿ ਇਹਨਾਂ ਦੇ 4 ਬੇਟੇ ਹੈ ਜਿਨ੍ਹਾਂ ਨੂੰ ਆਪਾਂ 4 ਸਾਹਿਬਜ਼ਾਦਿਆਂ ਦੇ ਨਾਮ ਨਾਲ ਜਾਣਦੇ ਹਾਂ ਜੀ, ਠੀਕ ਹੈ ਨਾ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਤੇ ਫਤਿਹ ਸਿੰਘ। ਇਹ ਸੀਕੁਐਂਸ ਹੈ ਤੇ ਐਵੇਂ ਹੀ ਪੜ੍ਹਨੇ ਆ ਤੁਸੀਂ, ਅਜੀਤ ਤੇ ਜੁਝਾਰ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ, ਠੀਕ ਹੈ। ਅਗਲਾ ਕੁਐਸਚਨ ਤੁਹਾਡੇ ਕੋਲ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕ੍ਰੀਏਸ਼ਨ ਆਫ ਖਾਲਸਾ ਮਤਲਬ ਖਾਲਸੇ ਦੀ ਸਾਜਨਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਹੈ ਜੀ। ਤੇ ਖਾਲਸੇ ਦੀ ਸਾਜਨਾ ਵਾਸਤੇ ਆਓ ਜਰਾ ਬੋਰਡ ਦੇ ਉੱਪਰ ਇੰਪੋਰਟੈਂਟ ਕਨਸੈਪਟ ਆ, ਖਿਆਲ ਨਾਲ ਕਰਿਓ। ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਸੈਨਾ ਇਕੱਠੀ ਕੀਤੀ ਤੇ ਸੈਨਾ ਇਕੱਠੀ ਕਰਕੇ ਜੋ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਕਿਲੇ ਬਣਾਉਣੇ ਆ ਸਾਡੇ ਕੋਲ, ਠੀਕ ਹੈ। ਅਨੰਦਪੁਰ ਸਾਹਿਬ ਦੇ ਵਿੱਚ ਆਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ, ਤਾਰਾਗੜ੍ਹ, ਕੇਸਗੜ੍ਹ, ਠੀਕ ਹੈ ਨਾ। ਇਹ ਸਾਡੇ ਕੋਲ ਕਿਲੇ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਣਾਏ ਹੋਏ, ਰਾਈਟ। ਫਿਰ ਤੇ ਇੱਕ ਵਾਰੀ ਸੁਣੋ, ਆਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ, ਤਾਰਾਗੜ੍ਹ, ਕੇਸਗੜ੍ਹ। ਤੇ ਜਿਹੜੇ ਇਹ ਸਾਡੇ ਕੋਲ ਕਿਲੇ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਹੈ ਤੇ ਸਾਨੂੰ ਜੋ ਹੈ ਉਹ ਮੁਗਲ ਫੌਜਾਂ ਨਾਲੋਂ ਨਾਲ ਤੰਗ ਵੀ ਕਰ ਰਹੀਆਂ, ਹਾਂ ਬਿਲਕੁਲ ਕਰ ਰਹੀਆਂ। ਤੇ ਸਾਡੇ ਕੋਲ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਕ੍ਰੀਏਸ਼ਨ ਆਫ ਖਾਲਸਾ। ਕ੍ਰੀਏਸ਼ਨ ਆਫ ਖਾਲਸਾ ਆਲਸੋ ਨੋਨ ਐਜ਼ ਖਾਲਸੇ ਦੀ ਸਾਜਨਾ। ਖਾਲਸੇ ਦੀ ਜਿਹੜੀ ਸਾਜਨਾ ਆ ਉਹ ਹੋਣੀ ਹੈ ਸਰ 30 ਮਾਰਚ ਸਨ 1699। 1699 ਨੂੰ ਹੋਣੀ ਹੈ ਜੀ 30 ਮਾਰਚ ਐਟ ਦ ਡੇ ਆਫ ਵਿਸਾਖੀ, ਮਤਲਬ ਕਿ ਵਿਸਾਖੀ ਵਾਲੇ ਦਿਨ 30 ਮਾਰਚ 1699 ਨੂੰ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਸਾਜਣਗੇ। ਖਾਲਸੇ ਨੂੰ ਸਾਜਣ ਵਾਸਤੇ ਕਰਨਾ ਕੀ ਹੈ, ਇੱਕ ਭਰਾ ਪੰਡਾਲ ਹੈ ਜੀ, ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ 5 ਸਿਰਾਂ ਦੀ ਮੰਗ ਕਰਦੇ ਤੇ ਉਹ 5 ਸਿਰਾਂ ਦੀ ਮੰਗ ਪੂਰੀ ਕਰਨੇ ਵਾਲੇ ਹੀ 5 ਪਿਆਰੇ ਥਾਪੇ ਜਾਂਦੇ ਆ। ਤਾਂ ਤੁਹਾਨੂੰ 5 ਪਿਆਰਿਆਂ ਦੇ ਨਾਮ ਆਉਣੇ ਚਾਹੀਦੇ ਆ। ਦੇਖੋ ਬਹੁਤ ਈਜ਼ੀ ਹੈ ਯਾਦ ਕਰਨਾ। ਸਿੱਖ ਫਿਲਾਸਫੀ ਸਾਨੂੰ ਕਿਆ ਸਿਖਾਉਂਦੀ ਹੈ? ਸਿੱਖ ਫਿਲਾਸਫੀ ਸਾਨੂੰ ਧਰਮ ਸਿਖਾਉਂਦੀ ਹੈ, ਸਾਨੂੰ ਦਇਆ ਸਿਖਾਉਂਦੀ ਹੈ ਤੇ ਸਾਨੂੰ ਹਿੰਮਤ ਦਿੰਦੀ ਹੈ ਨਾ। ਸਿੱਖ ਫਿਲਾਸਫੀ ਸਾਨੂੰ ਧਰਮ ਸਿਖਾਉਂਦੀ ਹੈ, ਦਇਆ ਸਿਖਾਉਂਦੀ ਹੈ, ਹਿੰਮਤ ਦਿੰਦੀ ਹੈ। ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਧਰਮ ਸਿੰਘ ਜੀ, 3 ਤਾਂ ਯਾਦ ਹੋ ਗਏ ਨਾ। ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਰਹਿ ਗਏ ਆ। ਇਹ 2 ਤੁਸੀਂ ਹਲਕੇ ਫੁਲਕੇ ਯਾਦ ਕਰ ਸਕਦੇ ਆ, ਠੀਕ ਹੈ ਨਾ। ਤੁਰਦੇ ਫਿਰਦੇ ਯਾਦ ਹੋ ਸਕਦਾ ਤੁਹਾਨੂੰ ਇਹ ਕਨਸੈਪਟ। ਇੱਕ ਵਾਰੀ ਫੇਰ ਤੇ ਲਿਖੋ, ਮੈਂ ਤੁਹਾਡੇ ਵਾਸਤੇ ਇੱਥੇ ਲਿਖ ਦਿੰਦੀ ਹਾਂ। ਭਾਈ ਦੇਖੋ ਧਰਮ ਸਿਖਾਉਂਦਾ ਸਾਨੂੰ ਹਿੰਮਤ ਵੀ ਦਿੰਦੇ ਆ, ਠੀਕ ਹੈ ਨਾ, ਸਾਨੂੰ ਦਇਆ ਵੀ ਦਿੰਦੇ ਆ। ਤੇ ਅੱਗੇ ਇੱਕ ਸਾਹਿਬ ਰਹਿ ਗਿਆ ਆ। ਇਹ ਤੁਸੀਂ ਵੈਸੇ ਵੀ ਆਪਣੇ ਨਾਮ ਸੁਣੋ ਕਿ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਹੈ ਨਾ, ਉੱਥੋਂ ਵੀ ਯਾਦ ਕਰ ਸਕਦੇ, ਅਨੰਦਪੁਰ ਸਾਹਿਬ ਐਵੇਂ ਵੀ ਯਾਦ ਕਰ ਸਕਦੇ। ਇੱਕ ਰਹਿ ਗਿਆ ਜੀ ਮੋਹਕਮ ਸਿੰਘ ਜੀ। ਤੇ ਤੁਹਾਨੂੰ ਕੁਐਸਚਨ ਇਹ ਨਹੀਂ ਆਉਣਾ ਹੈਗਾ ਕਿ 5 ਜਿਹੜੇ ਪਿਆਰੇ ਉਹਨਾਂ ਦੇ ਨਾਮ ਕੀ ਹੈ। ਆ ਵੀ ਸਕਦਾ ਵੈਸੇ, ਪਰ ਐਗਜ਼ਾਮੀਨਰ ਬੜਾ ਸਮਾਰਟ ਹੈ ਤੇ ਉਹਨੇ ਕੁਐਸਚਨ ਪੁੱਛਿਆ ਹੈ ਕਿ ਧਰਮ ਸਿੰਘ ਜੀ ਕਿੱਥੋਂ ਦੇ ਸਨ, ਫਰੋਮ। ਦਇਆ ਸਿੰਘ ਜੀ ਕਿੱਥੋਂ ਦੇ ਸਨ, ਹਿੰਮਤ ਸਿੰਘ ਜੀ ਕਿੱਥੋਂ ਦੇ ਸਨ, ਸਾਹਿਬ ਸਿੰਘ ਜੀ ਕਿੱਥੋਂ ਤੇ ਮੋਹਕਮ ਸਿੰਘ ਜੀ ਕਿੱਥੋਂ। ਇੱਕ ਕੁਐਸਚਨ ਆਇਆ ਕਿ ਦਵਾਰਕਾ ਚੋਂ ਕਿਹੜੇ 5 ਪਿਆਰਿਆਂ ਵਿੱਚੋਂ ਕਿਹੜਾ ਆ 5 ਪਿਆਰਾ ਦਵਾਰਕਾ ਤੋਂ ਸੰਬੰਧ ਰੱਖਦਾ ਆ। ਤੇ ਫਟਾਫਟ ਪੈਨ ਕਾਪੀ ਲਓ ਤੇ ਲਿਖੋ। ਸਭ ਤੋਂ ਪਹਿਲਾਂ ਲਿਖੋ ਜੀ ਭਾਈ ਧਰਮ ਸਿੰਘ ਜੀ ਕਿੱਥੋਂ ਸਨ। ਭਾਈ ਧਰਮ ਸਿੰਘ ਜੀ ਦਿੱਲੀ ਦੇ ਇੱਕ ਜੱਟ ਸਨ। ਭਾਈ ਦਇਆ ਸਿੰਘ ਜੀ ਲਾਹੌਰ ਦੇ ਖੱਤਰੀ। ਭਾਈ ਦਇਆ ਸਿੰਘ ਜੀ ਲਾਹੌਰ ਦੇ ਖੱਤਰੀ। ਭਾਈ ਹਿੰਮਤ ਸਿੰਘ ਜੀ ਜਗਨਨਾਥ ਉੜੀਸਾ ਪੁਰੀ ਤੋਂ ਆਏ ਸਨ ਤੇ ਮਸ਼ਕੀ ਸਨ, ਪਾਣੀ ਪਿਲਾਉਂਦੇ ਹੁੰਦੇ ਜਿਹੜਾ ਮਸ਼ਕੀ ਸਨ ਇਹ। ਅੱਗੇ ਲਿਖੋ ਜੀ ਭਾਈ ਸਾਹਿਬ ਸਿੰਘ ਜੀ। ਭਾਈ ਸਾਹਿਬ ਸਿੰਘ ਜੀ ਕਰਨਾਟਕਾ ਬਿਦਰ ਤੋਂ ਆਏ ਤੇ ਇੱਕ ਨਾਈ ਸਨ ਬਾਰਬਰ। ਦ ਲਾਸਟ ਵਨ ਇਜ਼ ਭਾਈ ਮੋਹਕਮ। ਤੇ ਭਾਈ ਮੋਹਕਮ ਸਿੰਘ ਜੀ ਦਵਾਰਕਾ ਤੋਂ ਆਏ ਸਨ ਤੇ ਇਹ ਲਲਾਰੀ ਸਨ, ਠੀਕ ਹੈ ਨਾ। ਮੋਹਕਮ ਦੇ ਸਪੈਲਿੰਗ ਠੀਕ ਕਰੋ, ਸਰਕਾਰੀ ਕਿਤਾਬ 'ਚ ਆ ਸਪੈਲਿੰਗ ਹੈ ਮੋਹਕਮ, ਮੋਹਕਮ ਨਹੀਂ ਮੋਹਕਮ। ਮੋਹਕਮ ਦਵਾਰਕਾ ਤੋਂ ਆਏ ਸਨ ਜੀ ਇਹ, ਤੇ ਇਹ ਲਲਾਰੀ ਸਨ, ਰਾਈਟ। 5 ਪਿਆਰੇ ਤੇ 5 ਪਿਆਰਿਆਂ ਨੂੰ ਖੰਡੇ ਦਾ ਪੌਲ ਪਿਲਾ ਕੇ 5 ਕਕਾਰ ਬਖਸ਼ੇ। 5 ਕਕਾਰ ਤੁਹਾਨੂੰ ਸਭ ਨੂੰ ਪਤਾ ਆ, ਕੇਸ, ਕੰਗਾ, ਕੜਾ, ਕਿਰਪਾਨ ਤੇ ਕਛਹਿਰਾ।
देखो एक तुसी छेवें गुरु साहिबान मतलब कि गुरु गोबिंद सिंह जी दे दादा जी, उन्होंने सानू मीरी ते पीरी दो तलवारां दित्तियां, ठीक है। तो दोनों तलवारां की साडे अगे प्रस्तुत करदियां कि एक दुनियावी है तो एक रूहानी है। तो जे दुनियावी ते रूहानी नूं इकट्ठे करा तो साडे कोल किरपा प्लस आन आंदी है, राइट। एक तो असीं जदों दुनियावी कॉन्सैप्ट है तो साडे आन की गल है, साडे रिस्पैक्ट की गल है, तो दूजी किरपा की गल है। तो किरपान जिहड़ा हैगा वो दोहे मीरी पीरियां का इकट्ठा कॉन्सैप्ट आ जाता है, राइट। किरपा प्लस आन कृपान। तो देखो आम ही गल है, जो आप खंडे का पौल बनाने तो उन्होंने धार्मिक कॉन्सैप्ट वास्ते ही वरतते हैं, तो जो साढ़े पर कोई हमला हो तो असीं उन्होंने शस्त्र के रूप च भी वरत सकते हैं। यही है ना गुरु साहिबान का हुक्म। तो किरपान तो कछहरा, हुण पेपर च क्वेश्चन क्या पाया इन्होंने कांस्टेबल दे विच कि वो किहड़ा ककार है जो नामधारी जो है वो नहीं धारण करते। तो कॉमन सेंस की गल आ, किरपान जो है वो नामधारी नहीं, किरपान सिर्फ गुरु का सिख ही धारण करूगा। एवं कड़ा भी पाई लेंदे, केस भी रखी लेंदे, कंघा कछहरा, पर किरपान जो है वही गुरु का सिख धारण करूगा, राइट। तो इस करके किरपान उहदा आंसर सीगा सही च। अगला कॉन्सैप्ट ये है कि क्रिएशन ऑफ खालसा, जिन्हें तुसी खालसे की साजना कहने, उस तो पहले भी गुरु साहिबान दियां लड़ाइयां तो उस तो बाद भी गुरु साहिबान दियां लड़ाइयां। तो एग्जामिनर पुछदा है कि प्री खालसा बैटल्स और उस तो बाद द पोस्ट खालसा बैटल। तो प्री खालसा बैटल मैं इत्थे लिख रही हूँ, प्री खालसा बैटल ऑल्सो नोन एज पूरब खालसा बैटल, पोस्ट खालसा बैटल ऑल्सो नोन एज उत्तर खालसा बैटल, मतलब कि बाद वालियां। तो बहुत आसान है जी, जे तुहानूं पता है कि क्रिएशन ऑफ खालसा ही 1699 च होया, तो इस तो पहले वाले सालों दी जिहड़े लड़ाइयां प्री खालसा होणगियां, इस तो बाद वाली जिहड़ियां लड़ाइयां पोस्ट खालसा होणगियां, है ना जी। आओ पढ़िए फिर। प्री खालसा बैटल दे विच 1688 च द बैटल ऑफ भंगाणी, 1690 1690 दे विच द बैटल ऑफ नदौण। उस तो बाद सीधा तुसी खालसे नूं क्रिएशन करना है, तो उस तो बाद जिहड़ियां सब तो इंपॉर्टेंट लड़ाइयां, वैसे आ क्वेश्चन आया सीगा कि इन्हां विचों किहड़ी लड़ाई जिहड़ी हैगी आ वो खालसे की साजना तो पहलां दी है, तो बैटल ऑफ भंगाणी आंसर सीगा उहदा। पोस्ट खालसा बैटल 1701 द फर्स्ट बैटल ऑफ आनंदपुर साहिब, बहुत जरूरी लड़ाई है। आनंदपुर की पहली लड़ाई है जिहड़ी सॉरी 1701 च होनी है। उस तो बाद 1702 दे विच द बैटल ऑफ निरमोही, उस तो बाद 1702 दे विच द बैटल ऑफ बसौली। अगली स्टार लड़ाई तो सब तो इंपॉर्टेंट लड़ाई द सैकेंड बैटल ऑफ अमृतसर। सैकेंड बैटल ऑफ अमृतसर की कहानी थोड़ी जी सुन लो। ये वही बैटल है जिहदे विच परिवार नूं विछोड़ा होना है, ये वही बैटल है जिहदे विच गुरु साहिबान आनंदपुर का किला छड्डदे हैं। ये वही बैटल है जिहदे विच 40 सिंह गुरु साहिबान का साथ छड्ड के चले जाते हैं। ये आनंदपुर की दूजी लड़ाई है और इनू तारीख लिखो 1704। चलो मान लिया गुरु साहिबान ने मुगलों की गल की, चलो मैं छड़ देना है किला, पर मुगलों ने जो है वह ध्रो कमाया तो गुरु साहिबान नूं पिछों हमला किया, तो वह हमला शाही टिब्बी की जगह के उपर होया है। तो शाही टिब्बी अज गुरुद्वारा टिब्बी साहब है, उत्थे 50 सिंघां ने गुरु साहिबान वास्ते उत्थे जानवार दी है, तो उनके लीडर सीगे उदय सिंह, भाई उदय सिंह, ठीक है ना जी। तो शाही टिब्बी की लड़ाई भी 1704 दे विच असीं किला छड्डे तो साडे उपरों पिछों हमला होया, है ना। तो देखो एग्जामिनर जो है वो चमकौर साहब की लड़ाई 1704 दे विच ही है, आनंदपुर साहब है तो आ चमकौर साहब है ना। तो आनंदपुर साहब छड्डिया तो उस तो बाद चमकौर साहब आ गए हैं। चमकौर साहब दे विच जो है वो 2 वड्डे साहबजादे आए हैं जी, ठीक है ना, गुरु साहिबान दे नाल, ते 40 सिंह हैं। तो चमकौर साहब की लड़ाई है जी पौह दे महीने 1704 नूं होई है, इहनूं ठीक करो 1705 नहीं हैगा, 1704 च होई है यह लड़ाई। तो चमकौर साहब की लड़ाई जिहड़ी हैगी है ਉਹਦੇ ਵਿੱਚ ਵੱਡੇ साहबजादे शहीद हो जाते हैं, ठीक है ना। और चमकौर साहब की लड़ाई विच ਵੱਡੇ साहबजादे शहीद होए तो उन्हां ते 5 प्यारियां चों 3 प्यारे शहीद हो गए हैं। किहड़े-किहड़े प्यारे चमकौर साहब च शहीद होए हैं? मोहकम सिंह, सैब सिंह ते हिम्मत सिंह जी, ठीक है ना। चमकौर साहब च ना 5 प्यारियां चों 3 प्यारियां दी जगहां भी बणियां होईयां आ, ते जिथे वड्डे साहबजादे शहीद होए, जिथे युद्ध होया है उत्थे वड्डा गुरुद्वारा भी बनिया होया, ठीक है ना। तो इसी करके शहीदां दी धरती चमकौर साहब ते फतेहगढ़ साहब, राइट। शहीदां दा शहर नहीं, शहीदां दा शहर तुसी फिरोजपुर नूं कहना है,
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਾਲਾ ਕਨਸੈप्ट ਆ ਉੱਥੇ। ਖਿਆਲ ਨਾਲ ਪੜ੍ਹਿਆ ਕਰੋ, ਇੱਕ ਇੱਕ ਸ਼ਬਦ ਦੇ ਬੜੇ ਮੀਨਿੰਗ ਹੈ, ਤੇ ਤੁਸੀਂ ਜਲਦਬਾਜ਼ੀ 'ਚ ਨਾ ਐਵੇਂ ਆਨਸਰ ਟਿਕ ਕਰ ਦਿਆ ਕਰੋ, ਠੀਕ ਹੈ ਨਾ। ਤੇ ਗੁਰੂ ਸਾਹਿਬਾਨ ਦੇ ਬੱਚਿਆਂ ਤੇ ਸਿੰਘਾਂ ਦੇ ਸੰਸਕਾਰ ਵਾਸਤੇ ਬੀਬੀ ਸ਼ਰਨ ਕੌਰ ਜੀ ਅੱਗੇ ਆਉਣਗੇ, ਹੈ ਨਾ। ਉਹਨਾਂ ਨੇ ਜੋ ਹੈ ਉਹ ਸੰਸਕਾਰ ਕੀਤਾ ਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਜਦੋਂ ਨਿਕਲੇ ਤਾਂ ਬਾਇਆ ਮਾਛੀਵਾੜਾ ਹੋ ਕੇ ਝਾੜ ਸਾਹਿਬ ਹੋ ਕੇ ਖਿਦਰਾਣੇ ਪਹੁੰਚੇ। 1705 ਦੇ ਵਿੱਚ ਦਾ ਬੈਟਲ ਆਫ ਖਿਦਰਾਣਾ ਲਾਸਟ ਬੈਟਲ ਹੈ, ਇਸ ਕਰਕੇ ਬਹੁਤ ਇੰਪੋਰਟੈਂਟ ਹੈ, ਯਾਦ ਰੱਖਿਓ। ਪਹਿਲੀ ਬੈਟਲ ਹੈ, ਇਸ ਕਰਕੇ ਬਹੁਤ ਇੰਪੋਰਟੈਂਟ ਸੀਗੀ, ਇਸੇ ਕਰਕੇ ਕੁਐਸਚਨ ਰੁਕਦਾ ਹੈ। ਦੇਖੋ, ਬੈਟਲ ਆਫ ਖਿਦਰਾਣਾ ਆਲਸੋ ਨੋਨ ਐਜ਼ ਦਾ ਮੁਕਤਸਰ ਸਾਹਿਬ, ਠੀਕ ਹੈ, ਰਾਈਟ। ਬੈਟਲ ਆਫ ਮੁਕਤਸਰ ਸਾਹਿਬ, ਕਿਉਂਕਿ ਖਿਦਰਾਣੇ ਦੀ ਢਾਬ ਹੈ, ਉਹਨੂੰ ਬਾਅਦ ਵਿੱਚ ਮੁਕਤਸਰ ਸਾਹਿਬ ਦਾ ਨਾਮ ਦਿੱਤਾ। ਤੇ ਉਹੀ ਲੜਾਈ ਹੈ ਜਿਹਦੇ ਵਿੱਚ ਜਿਹੜੇ 40 ਸਿੰਘ ਸੈਕਿੰਡ ਬੈਟਲ ਆਫ ਅਨੰਦਪੁਰ ਸਾਹਿਬ 'ਚ ਗੁਰੂ ਸਾਹਿਬਾਨ ਨੂੰ ਛੱਡ ਕੇ ਚਲੇ ਗਏ ਨਾ, ਉਹ ਵਾਪਿਸ ਆਏ ਗੁਰੂ ਸਾਹਿਬਾਨ ਦੇ ਨਾਲ ਲੜਨ ਵਾਸਤੇ, ਨਾਲ ਮਤਲਬ ਉਹਦੀ ਹੈਲਪ 'ਚ। ਤੇ ਉਹ ਫਿਰ 40 ਸਿੰਘ ਸ਼ਹੀਦ ਵੀ ਹੋਏ ਹੈ ਬੈਟਲ ਆਫ ਖਿਦਰਾਣਾ 'ਚ। ਇਸੇ ਕਰਕੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਵਰਦਾਨ ਦਿੱਤਾ ਮੁਕਤਿਆਂ ਦਾ, ਤੇ ਇਸੇ ਕਰਕੇ ਖਿਦਰਾਣੇ ਦੀ ਢਾਬ ਆਲਸੋ ਨੋਨ ਐਜ਼ ਮੁਕਤਸਰ ਸਾਹਿਬ। ਮਾਘੀ ਨੂੰ ਮੇਲਾ ਲੱਗਦਾ ਨਾ, ਮੁਕਤਿਆਂ ਦਾ ਮੇਲਾ, ਇਹ ਉਹੀ ਹੈ ਖਿਦਰਾਣਾ। 29 ਦਸੰਬਰ ਨੂੰ ਹੋਈ ਹੈ ਜੀ ਇਹ 1705 ਦੇ ਵਿੱਚ। ਕਲੀਅਰ ਹੋ ਗਈ ਹੈ, ਬਿਲਕੁਲ ਕਲੀਅਰ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ ਦਸ਼ਮ ਗ੍ਰੰਥ ਦੇ ਵਿੱਚ ਦਰਜ ਆ। 10ਵੇਂ ਗੁਰੂ ਤੇ ਬਾਣੀ ਵੀ ਕਿਹੜੀ? ਦਸ਼ਮ ਗ੍ਰੰਥ ਦੇ ਵਿੱਚ ਦਰਜ ਆ। ਤੇ ਦਸ਼ਮ ਗ੍ਰੰਥ ਬੁੱਕ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ। ਦਸ਼ਮ ਗ੍ਰੰਥ ਰਿਟਨ ਬਾय ਭਾਈ ਮਨੀ ਸਿੰਘ ਜੀ। ਤੇ ਭਾਈ ਮਨੀ ਸਿੰਘ ਜੀ ਨੇ ਹੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿੰਘ ਕੌਰ ਦਾ ਕਨਸੈਪਟ ਦਿੱਤਾ ਹੈ, ਠੀਕ ਹੈ ਨਾ। ਸਿੰਘ ਹੋਏ ਆ ਖੁਦ ਵੀ, 5 ਪਿਆਰਿਆਂ ਤੋਂ ਖੁਦ ਖੰਡੇ ਦਾ ਪੌਲ ਪੀ ਕੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਰਚਨਾ ਭਾਈ ਗੁਰਦਾਸ ਦੂਜੇ ਦੀ ਹੈ। 2 ਗੁਰਦਾਸ ਆ ਸਾਡੇ ਕੋਲ, ਇੱਕ ਤਾਂ ਗੁਰੂ ਅਰਜਨ ਦੇਵ ਜੀ ਦੇ ਟਾਈਮ, ਰਾਮਦਾਸ ਜੀ ਦੇ ਟਾਈਮ 'ਚ, ਤੇ ਦੂਸਰੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ 'ਚ। ਤੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਇਹ ਰਚਨਾ ਭਾਈ ਗੁਰਦਾਸ ਦੂਜੇ ਦੀ ਹੈ, ਯਾਦ ਰੱਖਿਓ। ਅਗਲਾ ਕਨਸੈਪਟ ਹੈ ਕਿ ਗੁਰੂ ਸਾਹਿਬਾਨ ਨੇ ਜਿਹੜੀ ਇਹ ਦਸ਼ਮ ਗ੍ਰੰਥ ਦੀ ਰਚਨਾ ਕੀਤੀ ਹੈ, ਠੀਕ ਹੈ ਨਾ ਜੀ। ਤਾਂ ਤੁਹਾਡੇ ਕੋਲ ਕੁਐਸਚਨ ਆਉਂਦਾ ਹੈ ਕਿ ਗੁਰੂ ਕੀ ਕਾਸ਼ੀ ਆਲਸੋ ਨੋਨ ਐਜ਼ ਤਲਵੰਡੀ ਸਾਬੋ, ਦਮਦਮਾ ਸਾਹਿਬ, ਗੁਰੂ ਕੀ ਕਾਸ਼ੀ, ਉੱਥੇ ਹੋਇਆ ਸਾਰਾ ਇਹ, ਰਾਈਟ। ਕਿਉਂਕਿ ਹਿੰਦੂ ਫਿਲਾਸਫੀ 'ਚ ਕਾਸ਼ੀ ਪੜ੍ਹਨ ਵਾਸਤੇ ਜਾਂਦੇ ਹੁੰਦੇ ਲੋਕ ਹੈ ਨਾ, ਤੇ ਬਗੈਰ ਗਿਆਨੀ ਹੋ ਕੇ ਆਉਂਦੇ। ਤੇ ਸਾਡੀ ਤਾਂ ਗੁਰੂ ਕੀ ਕਾਸ਼ੀ ਤਲਵੰਡੀ ਸਾਹਿਬ ਹੀ ਹੈ, ਦਮਦਮਾ ਸਾਹਿਬ ਹੀ ਹੈ ਸਾਡਾ। ਕਿੱਥੇ ਪੈਂਦਾ ਆ ਇਹ? ਬਠਿੰਡੇ 'ਚ ਪੈਂਦਾ ਹੈ। ਤਖਤ ਵੀ ਹੈ ਸਾਡਾ ਇੱਕ, ਹਾਂਜੀ ਤਖਤ ਵੀ ਹੈ ਸਾਡਾ ਇੱਕ। ਅਗਲਾ ਕਨਸੈਪਟ ਹੈ ਕਿ 1705-6 ਹੋ ਗਿਆ ਹੈ ਜੀ, ਹੁਣ 7 ਦੀ ਗੱਲ ਹੈ। 1707 ਵਿੱਚ ਗੁਰੂ ਸਾਹਿਬਾਨ ਨੇ ਜੋ ਚਿੱਠੀ, ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਭੇਜੀ ਹੈ, ਕਹਿੰਦੇ ਕਿ ਉਹ ਚਿੱਠੀ ਭੇਜ ਕੇ ਔਰੰਗਜ਼ੇਬ ਇੰਨਾ ਡਿਪਰੈਸ਼ਨ 'ਚ ਚਲਾ ਗਿਆ ਕਿ 1707 ਦੇ ਵਿੱਚ ਉਹ ਰੁਖਸਤੀ ਹੋ ਗਿਆ ਦੁਨੀਆ ਪਰਤੇ, ਹੈ ਨਾ। ਗੁਰੂ ਗੋਬਿੰਦ ਸਿੰਘ ਜੀ ਦੁਨੀਆ ਤੋਂ 1708 'ਚ ਗਏ ਹੈ, 7 ਅਕਤੂਬਰ 1708, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਹਮਲਾ ਕੀਤਾ 2 ਪਠਾਣਾਂ ਨੇ। ਤੇ ਤੁਹਾਡਾ ਕੁਐਸਚਨ ਅੱਜ ਦੀ ਵੀਡੀਓ ਦਾ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਹਮਲਾ ਕਰਨ ਵਾਲੇ 2 ਪਠਾਨ ਕਿਹੜੇ ਸੀਗੇ, ਠੀਕ ਹੈ ਨਾ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾਉਣ ਵਾਲੇ ਸ਼ਾਸ਼ਲ ਤੇ ਬਾਸ਼ਲ ਬੇਗ। ਤੇਗ ਬਹਾਦਰ ਦਾ ਸੀਸ ਕਲਮ ਕਰਨੇ ਵਾਲੇ ਜੱਲਾਦ ਦਾ ਨਾਮ ਜਲਾਲੁਦੀਨ, ਠੀਕ ਹੈ। 21 ਕੁਐਸਚਨ ਤੁਹਾਡਾ ਰਹਿ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਅਟੈਕ ਕਰਨ ਵਾਲੇ 2 ਪਠਾਣਾਂ ਦੇ ਨਾਮ ਕੀ ਸਨ। ਅਗਲਾ ਕੁਐਸਚਨ, ਗੁਰੂ ਗੋਬਿੰਦ ਸਿੰਘ ਜੀ ਉਸੇ ਜ਼ਖਮ ਦੇ ਮੱਦੇ ਨਜ਼ਰ ਜੋ ਹੈ 1708 ਦੇ ਵਿੱਚ ਜੋਤੀ ਜੋਤ ਸਮਾ ਗਏ। ਕਿੱਥੇ? ਨੰਦੇੜ ਸਾਹਿਬ, ਹਜ਼ੂਰ ਸਾਹਿਬ, ਮਹਾਰਾਸ਼ਟਰ। ਨੰਦੇੜ ਸਾਹਿਬ, ਹਜ਼ੂਰ ਸਾਹਿਬ, ਮਹਾਰਾਸ਼ਟਰ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਣਾ ਆ। ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਣ ਤੋਂ ਪਹਿਲਾਂ ਸਿੱਖ ਕੌਮ ਨੂੰ ਇੱਕ ਲੀਡਰ ਦੇ ਕੇ ਜਾਣਗੇ ਜਿਹਦਾ ਨਾਮ ਤੁਸੀਂ ਬੰਦਾ ਸਿੰਘ ਬਹਾਦਰ ਰੱਖਣਾ ਹੈ, ਠੀਕ ਹੈ। ਤੇ ਬੰਦਾ ਸਿੰਘ ਬਹਾਦਰ ਅਗਲਾ ਟੌਪਿਕ ਹੈ ਇਸ ਤੋਂ ਬਾਅਦ ਵਾਲਾ, ਇੱਕ ਵਾਰੀ ਇਹਨੂੰ ਰਿਵਾਈਜ਼ ਕਰ ਲਓ। ਗੁਰੂ ਗੋਬਿੰਦ ਸਿੰਘ ਜੀ ਬਹੁਤ ਇੰਪੋਰਟੈਂਟ ਹੈ, ਲੜਾਈਆਂ 'ਚੋਂ ਕੁਐਸਚਨ 110% ਆਉਂਦਾ ਆ। ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਦਿੱਤੇ ਗਏ ਇੰਸਟਰੂਮੈਂਟ, ਰਾਈਟ। ਔਰ ਕ੍ਰੀਏਸ਼ਨ ਆਫ ਖਾਲਸਾ 'ਚੋਂ ਕੁਐਸਚਨ ਆਉਣਾ ਹੈ ਜੀ ਤੁਹਾਨੂੰ 110%। ਗੁਰੂ ਗੋਬਿੰਦ ਸਿੰਘ ਜੀ ਰਚਨਾਵਾਂ 'ਚੋਂ ਆ ਜਾਣਾ ਹੈ ਜੀ, ਠੀਕ ਹੈ। ਚੰਡੀ ਦੀ ਵਾਰ 55 ਪੌੜੀਆਂ ਉਹਦੇ ਵਿੱਚ। ਔਰ ਚੰਡੀ ਦੀ ਵਾਰ ਜੋ ਹੈ ਉਹ ਮਾਰਕੰਡੇ ਪੁਰਾਣ 'ਚੋਂ ਲਿੱਤੀ ਗਈ ਹੈ। ਤੇ ਵੀਰ ਰਸੀ ਰਚਨਾ, ਇਹਨੂੰ ਪੜ੍ਹ ਕੇ ਜੋਸ਼ੋ ਖਰੋਸ਼ ਆਉਂਦਾ ਆ,
क्योंकि गुरु गोबिंद सिंह जी की रचना है कि 1.25 सेक लड़ाऊँ तबे गोबिंद सिंह नाम तराऊँ, है ना, क्योंकि 1.25 नाल असीं एक सिंह लड़ाना है, ठीक है। तो ये एवें जी रचना उन्होंने पढ़ के थोड़ा रोह आता है, थोड़े विच जोश आता है ना, कभी पढ़ के वेख लियो इनू। तो गुरु गोबिंद सिंह जी दशम पिता है, ठीक है। बड़े अगाह वधू सोच दे मालिक रहे, संत ते सिपाही दोनों ही, ठीक है। गुरु गोबिंद सिंह जी की रचना है कि निश्चय कर अपनी जीत करो, है ना, दे शिवा वरमोए है, शुभ कर्मन ते कबू न डरो। तो गुरु गोबिंद सिंह जी की रचना मैंने बहुत बहुत ज़्यादा प्रेरित कर दी है कि निश्चय कर अपनी जीत करो। निश्चय ते निर्णय च जमीन आसमान का फर्क होंदा है। असीं किसी काम नूं करन वास्ते निर्णय करते हैं, जिवें कि थोड़ा निर्णय है कि मैं ये काम करना है, निर्णय है, वो कदों भी कर सकते तुसीं, महीने च, 2 महीने च, 10 महीने च, साल 2 साल च, दैट्स योर निर्णय। एक हुंदा निश्चय। निश्चय का मीनिंग है कि तुसी फिक्स कर लिया कि मैंने 2 महीने में ही करना है, मैं 2023 ही नौकरी लेनी है, या मैं 2023 के फरवरी महीने ये काम करना है, दैट्स योर निश्चय। तो गुरु साहिबान ने तो देखो किड्डी वड्डी गल लिखी है कि निश्चय कर अपनी जीत करो, निर्णय नहीं कहा उन्होंने, निश्चय कर अपनी जीत करो, ठीक है। तो गुरु साहिबान की किरपा के नाल ही आप अज की वीडियो बंद करते हैं। तो होप्स हो कि मैं जिन्ना थोनों लिखवाया तुहाडे काम दा रहा है, और बोर्ड की जो सैटिंग है मैनूं लगदा ठीक आई है अज, है ना, बिल्कुल ठीक आई है। और गुरु साहिबान की किरपा के नाल पढ़ते रहो और मेहनत करते रहो, अपना ख्याल रखो, खुश रहो।